ब्रेक तो बाद एक बार फिर तुहाडा स्वागत है पख दीआं खबरां दे विच और इस सैगमेंट च जिक्र छेड़दे हां थोड़ा जिहा नोटबंदी दा। ये शब्द वैसे भारतीयां दे वास्ते बड़ा मार्मिक शब्द है। पहलां सुनिया नहीं सी पर इस बीजेपी या एनडीए दी सरकार तो बाद बहुत सारे शब्द इहो जिहे जिहड़े नवें साडे कन्नां दे विच पै भी है ते लंबा समा चेतिਆਂ ਦੇ ਵਿੱਚ ਵੀ ਰਹਿਣਗੇ। ਮੌਬ ਲਿੰਚਿੰਗ नहीं कदी सुनिया सीगा, वो भी साडे चेतिਆਂ 'ਚ ਹੁਣ ਰਹੇਗਾ ਤੇ ਨੋਟਬੰਦੀ ਸ਼ਬਦ ਜਿਹੜਾ ਆ ਉਹ ਲੰਬਾ ਸਮਾਂ ਚੇਤਿਆਂ 'ਚ ਰਹੇਗਾ। ਜੀਐਸਟੀ ਨੂੰ ਲੈ ਕੇ ਵੀ ਪਿਛਲੀ ਸਰਕਾਰ 'ਚ ਵੀ ਚਰਚਾਵਾਂ ਲੰਬੇ ਸਮੇਂ ਚੱਲੀਆਂ ਸੀ ਪਰ ਸਾਡੇ ਚੇਤਿਆਂ 'ਚ ਨਹੀਂ ਸੀ, ਪਰ ਹੁਣ ਲੋਕਾਂ ਨੂੰ ਚੇਤਿਆਂ 'ਚ ਬੈਠ ਗਿਆ ਕਿ ਜੀਐਸਟੀ ਵੀ ਕੋਈ ਸ਼ੈ ਹੈਗੀ ਹੈ। ਪਰ ਨੋਟਬੰਦੀ ਦੀ ਗੱਲ ਕਰੀਏ ਤੇ ਇਹ 8 ਨਵੰਬਰ 2016 ਦੀ ਸ਼ਾਮ ਜਦੋਂ ਹੱਥ ਤੇ ਹੱਥ ਮਾਰ ਕੇ ਸਾਡੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਕਿਹਾ ਸੀਗਾ ਕਿ ਅੱਜ ਤੋਂ 500 ਦੇ 1000 ਦੇ ਨੋਟ ਬੰਦ ਕੀਤੇ ਜਾਂਦੇ ਆ ਤੇ ਅਗਲੇ ਦਿਨ ਬੈਂਕਾਂ ਦੇ ਸਾਹਮਣੇ ਕਤਾਰਾਂ ਲੱਗੀਆਂ ਲੰਬੀਆਂ ਔਰ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ ਕਿਉਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਿਤੇ ਔਖੇ ਸੌਖੇ ਵੇਲੇ ਲਈ ਕੁਝ ਪੈਸੇ ਸਾਂਭ ਕੇ ਰੱਖੇ ਸੀ ਘਰਾਂ 'ਚ ਤੇ ਉਹ ਬੈਂਕਾਂ ਦੇ ਸਾਹਮਣੇ ਕਤਾਰਾਂ ਲਾ ਕੇ ਖੜ ਗਏ ਕਿ ਇਹਨਾਂ ਨੋਟਾਂ ਨੂੰ ਤਬਦੀਲ ਕਰਵਾ ਲਿਆ ਜਾਵੇ ਨਵੇਂ ਨੋਟਾਂ ਦੇ ਵਿੱਚ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਕਿਸਮ ਦੀ ਉਹਨਾਂ ਨੂੰ ਦਿੱਕਤ ਨਾ ਹੋਵੇ ਔਰ ਇਹ ਪੈਸਾ ਉਹਨਾਂ ਦਾ ਮਿੱਟੀ ਨਾ ਹੋ ਜਾਵੇ, ਰੱਦੀ ਨਾ ਬਣ ਜਾਵੇ। ਤੇ ਉਸ ਲੰਬੀ ਕਤਾਰ ਦੇ ਵਿੱਚ ਜੇ ਚੰਗੇ ਭਾਗਾਂ ਨੂੰ ਕੋਈ ਬੈਂਕ ਦੇ ਕੈਸ਼ ਕਾਊਂਟਰ ਤੱਕ ਪਹੁੰਚ ਜਾਂਦਾ ਸੀਗਾ ਤੇ ਨੋਟ ਤਬਦੀਲ ਹੋ ਜਾਂਦੇ ਸੀਗੇ ਤੇ ਉਹਨੂੰ ਇੱਕ ਨੋਟ ਮਿਲਦਾ ਸੀਗਾ 500 ਦੇ 4 ਨੋਟਾਂ ਦੇ ਬਦਲੇ ਉਹ ਮਿਲਦਾ ਸੀ 2000 ਦਾ ਨੋਟ। ਬਾਹਰ ਆਣ ਕੇ ਸੈਲਫੀਆਂ ਤਾਂ ਬਹੁਤ ਖਿਚਵਾ ਲੈਂਦਾ ਸੀਗਾ ਉਹ, ਪਰ ਜਦੋਂ ਦੁਕਾਨ ਤੇ ਕਿਤੇ ਰਾਸ਼ਨ ਲੈਣ ਲਈ ਨਿਕਲਦਾ ਸੀਗਾ ਤੇ ਫਿਰ ਉਸ ਨੋਟ ਦੀ ਭਾਨ ਕਿਤੋਂ ਨਹੀਂ ਮਿਲਦੀ ਸੀਗੀ, ਟੁੱਟਦਾ ਕਿਤੋਂ ਨਹੀਂ ਸੀਗਾ ਤੇ ਖੱਜਲ ਖਵਾਰ ਉਹਨੂੰ ਵਾਧੂ ਹੋਣਾ ਪੈਂਦਾ ਸੀਗਾ। ਫਿਲਹਾਲ ਇਹ ਉਸ ਸਮੇਂ ਦੇ ਹਾਲਾਤਾਂ ਦੀ ਗੱਲ ਹੈ, ਪਰ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿਉਂਕਿ ਸਰਕਾਰ ਨੇ ਪਲ ਬਿਆਨ ਬਦਲੇ ਸੀਗੇ। ਕਦੀ ਇਹ ਕਿਹਾ ਗਿਆ ਕਿ ਅਸੀਂ ਕੈਸ਼ਲੈਸ ਕੰਟਰੀ ਬਣਾਉਣੀ ਹੈ ਇਸ ਕਰਕੇ ਨੋਟਬੰਦੀ ਕੀਤੀ ਹੈ, ਫਿਰ ਲੱਗਾ ਕਿ ਨਹੀਂ ਇਹ ਜੁਮਲਾ ਫਿੱਟ ਨਹੀਂ ਬੈਠੇਗਾ ਕਿਉਂਕਿ ਭਾਰਤ ਦੀ ਵੱਡੀ ਆਬਾਦੀ ਇਹੋ ਜਿਹੀ ਹੈ ਜਿਹਦੇ ਬੈਂਕਾਂ ਦੇ ਵਿੱਚ ਅਕਾਊਂਟ ਹੀ ਹੈ ਨਹੀਂ ਤੇ ਫਿਰ ਉਹ ਕਿਵੇਂ ਆਦਾਨ ਪ੍ਰਦਾਨ ਕਰਨਗੇ, ਵਸਤਾਂ ਦੀ ਖਰੀਦ ਕਿਵੇਂ ਕਰਨਗੇ। ਫਿਰ ਕਹਿੰਦੇ ਨਹੀਂ ਅਸੀਂ ਕੈਸ਼ਲੈਸ ਨਹੀਂ, ਅਸੀਂ ਲੈਸ ਕੈਸ਼ ਇਕੋਨਮੀ ਬਣਾਉਣੀ ਹੈ। ਪਰ ਲੋਕ ਇੰਨੇ ਕੈਸ਼ ਤੋਂ ਲੈਸ ਹੋ ਗਏ ਕਿ ਸਥਿਤੀ ਹੋਰ ਜ਼ਿਆਦਾ ਗੰਭੀਰ ਹੋ ਗਈ। ਫਿਰ ਇਹ ਕਿਹਾ ਗਿਆ ਕਿ ਨਹੀਂ ਅਸੀਂ ਕਾਲਾ ਧਨ ਕਢਵਾਉਣ ਦੇ ਲਈ ਇਹ ਨੋਟਬੰਦੀ ਵਾਲਾ ਪੈਂਤੜਾ ਜਿਹੜਾ ਖੇਡਿਆ ਸੀਗਾ ਕਿ ਲੋਕਾਂ ਦੇ ਕੋਲੋਂ ਪੈਸਾ ਜਿਹੜਾ ਕਾਲੇ ਧਨ ਦੇ ਰੂਪ ਦੇ ਵਿੱਚ ਕਾਰੂਨ ਦੇ ਖਜ਼ਾਨੇ ਵਾਂਗੂ ਦੱਬ ਕੇ ਰੱਖਿਆ ਹੋਇਆ ਉਹ ਹੁਣ ਜਾਂ ਤਾਂ ਕੱਢ ਕੇ ਬੈਂਕਾਂ 'ਚ ਜਮ੍ਹਾਂ ਕਰਵਾ ਦੇਣਗੇ ਜਾਂ ਫਿਰ ਉੱਥੇ ਪਿਆ ਉਹ ਰੱਦੀ ਬਣ ਜਾਏਗਾ, ਉਹਦੀ ਕੀਮਤ ਕੋਈ ਨਹੀਂ ਰਹੇਗੀ। ਲਗਭਗ ਕਹਿ ਸਕਦੇ ਕਿ 2 ਕੁ ਸਾਲ ਦਾ ਸਮਾਂ, ਥੋੜਾ ਜਿਹਾ ਉਹਦੇ ਤੋਂ ਘੱਟ ਸਮਾਂ ਹੋ ਗਿਆ ਆ ਤੇ ਆਰਬੀਆਈ ਤੋਂ ਵਾਰ-ਵਾਰ ਇਹ ਪੁੱਛਿਆ ਜਾ ਰਿਹਾ ਸੀਗਾ ਕਿ ਭਾਈ ਕਿੰਨੇ ਨੋਟ ਤੁਸੀਂ ਜਾਰੀ ਕੀਤੇ ਸੀ 500 1000 ਦੇ ਤੇ ਕਿੰਨੇ ਨੋਟ ਤੁਹਾਨੂੰ ਵਾਪਸ ਆ ਗਿਆ। ਇਹ ਜ਼ਰਾ ਆંકੜੇ ਦੱਸ ਦਿਓ ਤਾਂ ਕਿ ਪਤਾ ਲੱਗੇ ਕਿ ਕਿੰਨਾ ਕੁ ਕਾਲਾ ਧਨ ਨਿਕਲ ਕੇ ਜਿਹੜਾ ਆਇਆ ਇਹ ਬਾਹਰ ਤੇ ਫਿਰ ਉਸ ਤੋਂ ਬਾਅਦ ਸਰਕਾਰ ਨੇ ਕੀ ਕੀਤਾ ਹੈ। ਹੁਣ ਤਾਜ਼ਾ ਖਬਰ ਇਹ ਕਹਿੰਦੀ ਹੈ ਕਿ ਆਰਬੀਆਈ ਨੇ ਜਿਹੜੇ ਆંકੜੇ ਜਾਰੀ ਕੀਤੇ ਉਹਨਾਂ ਦੇ ਮੁਤਾਬਕ ਆਰਬੀਆਈ ਦੇ ਕਹਿਣਾ ਕਿ 15,44,000 ਨੋਟ ਜਿਹੜੇ ਆ ਉਹ ਵੰਡੇ ਗਏ ਸੀਗੇ ਇਸ ਮੁਲਕ ਦੇ ਵਿੱਚ ਤੇ ਨੋਟਬੰਦੀ ਤੋਂ ਬਾਅਦ ਉਹਨਾਂ ਦੇ ਵਿੱਚੋਂ 15,31,000 ਨੋਟ ਜਿਹੜੇ ਆ ਉਹ ਵਾਪਸ ਆ ਗਏ ਨੇ ਸਾਡੇ ਕੋਲ, ਯਾਨੀ ਕਿ ਕੁੱਲ 13,000 ਨੋਟ ਜਿਹੜੇ ਸੀਗੇ ਉਹ ਅਜੇ ਬੈਂਕ ਤੱਕ ਨਹੀਂ ਪਹੁੰਚੇ। ਤੇ ਹੁਣ ਇਸੇ ਨੂੰ ਲੈ ਕੇ ਕਾਂਗਰਸ ਨੇ ਮੌਜੂਦਾ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨੇ ਵਿੰਨਣੇ ਸ਼ੁਰੂ ਕਰ ਦਿੱਤੇ ਆ ਕਿ ਭਾਈ ਜੇ 99.30% ਨੋਟ ਵਾਪਸ ਤੁਹਾਡੇ ਕੋਲ ਆ ਗਏ ਆ ਤੇ ਫਿਰ ਨੋਟਬੰਦੀ ਦੇ ਨਾਲ ਦਾਅਵਾ ਜਿਹੜਾ ਕੀਤਾ ਸੀਗਾ ਕਿ ਕਾਲਾ ਧਨ ਵਾਪਸ ਆ ਜਾਏਗਾ, ਉਹ ਕਾਲਾ ਧਨ ਕਿੱਥੇ ਗਿਆ। ਅਰੁਣ ਸ਼ੌਰੀ ਨੇ ਇੱਕ ਇੰਟਰਵਿਊ ਦੇ ਵਿੱਚ ਸਿੱਧੇ ਤੌਰ ਤੇ ਨੋਟਬੰਦੀ ਬਾਰੇ ਬੋਲਦਿਆਂ ਕਿਹਾ ਸੀਗਾ ਕਿ ਇਹ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ ਹੈ ਜਿੱਥੇ ਨੋਟਬੰਦੀ ਦੀ ਆੜ ਦੇ ਵਿੱਚ ਕਾਲੇ ਧਨ ਨੂੰ ਸਫੇਦ ਕਰ ਲਿਆ ਜਾਏਗਾ। ये सर जी एक बहुत अहम नुकता कह सकते कि इस वेले निकल के सामने आता है। एक पासे भारतीय जनता पार्टी
ਕੁਝ ਨੁਕਤੇ ਹੋਰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ। ਕੁਝ ਕਾਰਕੁਨ ਜਿਹੜੇ ਸੀ ਖੱਬੇ ਪੱਖੀ ਸਮਾਜ ਸੇਵੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 5 ਜਣਿਆਂ ਨੂੰ। ਉਹਨਾਂ ਦੇ ਉੱਤੇ ਦੇਸ਼ ਧਰੋਹੀ ਦੇ ਇਲਜ਼ਾਮ ਲਾਏ ਜਾ ਰਹੇ ਨੇ। ਉਹਨਾਂ ਦੇ ਉੱਤੇ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਪ੍ਰਧਾਨ ਮੰਤਰੀ ਦੀ ਕਤਲ ਦੀ ਸਾਜ਼ਿਸ਼ ਘੜਦੇ ਪਏ ਸੀਗੇ ਨਕਸਲਵਾਦੀ, ਔਰ ਉਹਨੂੰ ਵੀ ਸ਼ਬਦ ਸ਼ਹਿਰੀ ਨਕਸਲਵਾਦੀ ਜਿਹੜਾ ਉਹ ਦਿੱਤਾ ਗਿਆ। ਬੜਾ ਖਤਰਨਾਕ ਜਿਹਾ ਸ਼ਬਦ ਇਸਤੇਮਾਲ ਕੀਤਾ ਗਿਆ। ਤੇ ਦੂਜੇ ਪਾਸੇ ਉਹ ਮੁੱਦਿਆਂ ਨੂੰ ਡਾਇਵਰਟ ਕਰਦੇ ਨੇ ਤੇ ਨਿਤ ਨਵਾਂ ਮੁੱਦਾ ਉਹਨਾਂ ਦੇ ਖਿਲਾਫ ਆਣ ਕੇ ਖੜਾ ਹੋ ਜਾਂਦਾ। ਹੁਣ ਜੇ ਅਸੀਂ ਨੋਟਬੰਦੀ ਦੇਖੀਏ ਤੇ ਉਸ ਮੁੱਦੇ ਨੂੰ ਉਭਾਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਉਹਦੇ ਵਿੱਚ ਇਹ ਮੁੱਦਾ ਆਣ ਕੇ ਬੀਜੇਪੀ ਦੀ ਸਰਕਾਰ ਦੇ ਖਿਲਾਫ ਆਣ ਕੇ ਖੜਦਾ ਨਜ਼ਰ ਆ ਰਿਹਾ। ਜਸਵੀਰ ਗਲਤੀਆਂ ਹੀ ਇੰਨੀਆਂ ਕੀਤੀਆਂ ਔਰ ਬਿਨਾਂ ਸੋਚੇ ਸਮਝੇ, ਬਿਨਾਂ ਵਿਚਾਰੇ ਆਪਣੇ ਪਾਰਟੀ ਹਿੱਤਾਂ ਲਈ, ਨਿੱਜੀ ਹਿੱਤਾਂ ਲਈ, ਔਰ ਜਿਸ ਤਰੀਕੇ ਦੇ ਨਾਲ ਨੋਟਬੰਦੀ ਤੋਂ ਬਾਅਦ ਜਿਹੜੇ ਮਾਮਲੇ ਆਏ ਸੀਗੇ ਬੈਂਕਿੰਗ ਦੇ, ਪ੍ਰਾਈਵੇਟ ਬੈਂਕਾਂ ਦੇ ਵਿੱਚ, ਕੋਆਪਰੇਟਿਵ ਬੈਂਕਾਂ ਦੇ ਵਿੱਚ, ਜਿਸ ਤਰੀਕੇ ਨਾਲ ਅਮਿਤ ਸ਼ਾਹ ਹੋਰਾਂ ਦੇ ਸਿੱਧਾ ਹੀ ਨਾਮ ਆਉਣੇ ਸ਼ੁਰੂ ਹੋ ਗਏ ਸੀਗੇ, ਬੀਜੇਪੀ ਦੇ ਵੱਡੇ ਲੀਡਰਾਂ ਦੇ ਨਾਮ ਆਉਣੇ ਸ਼ੁਰੂ ਹੋ ਗਏ ਸੀਗੇ। ਸੋ ਉਹ ਸਾਰੇ ਦਾ ਸਾਰਾ ਇਸ਼ੂ ਅਜੇ ਇਸ਼ੂਲੈਸ ਨਹੀਂ ਹੋਇਆ ਹੈ। ਲੋਕ ਉਹਦੇ ਨਾਲ ਪ੍ਰਭਾਵਿਤ ਨੇ। ਲੋਕਾਂ ਨੂੰ ਉਹਦੀ ਹੌਲੀ ਹੌਲੀ ਗੱਲ ਦੀ ਸਮਝ ਪੈ ਰਹੀ ਹੈ ਕਿ ਅਸੀਂ ਕਿੱਥੋਂ ਡਿੱਗੇ ਆ ਤੇ ਕਿੱਥੇ ਆਣ ਕੇ ਅਟਕੇ ਆ ਇਹਨਾਂ ਦੇ ਰਾਜ ਦੇ ਵਿੱਚ। ਸੈਕੰਡ ਇਹ ਹੈ ਜਸਵੀਰ ਕਿ ਮੀਡੀਆ ਜਿੰਨਾ ਵੀ ਮਰਜ਼ੀ ਤੁਸੀਂ ਕਾਬੂ ਕਰ ਲਓ, ਜਿੰਨਾ ਮਰਜ਼ੀ ਖਰੀਦ ਲਓ, ਜਿੰਨਾ ਮਰਜ਼ੀ ਕਾਰਪੋਰੇਟ ਹਾਊਸਿਸ ਨੂੰ ਆਪਣੇ ਫੇਵਰ ਦੇ ਵਿੱਚ ਕਰ ਲਓ, ਜਿੰਨਾ ਮਰਜ਼ੀ ਤੁਸੀਂ ਇੱਕ ਐਸਾ ਜੰਤਰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰੋ ਪ੍ਰਸਾਰੋ ਕਿ ਤੁਹਾਡੇ ਮਾਈਂਡ ਦੀ ਜਿਹੜੀ ਮੇਕਅਪ ਆ, ਰੀਸ਼ੇਪਿੰਗ ਆ, ਤੁਹਾਡੇ ਅਕੋਰਡਿੰਗ ਹੋ ਜਾਵੇ। ਇਹਦੇ ਬਾਵਜੂਦ ਜਦੋਂ ਕਿਸੇ ਵਿਅਕਤੀ ਨੇ ਅਨੁਭਵ 'ਚ ਪੈਣਾ, ਐਕਸਪੀਰੀਅੰਸ ਦੇ ਵਿੱਚ ਦੀ ਲੰਘਣਾ ਆ, ਤਾਂ ਉਹਨੂੰ ਸੇਕ ਲੱਗਣਾ ਹੀ ਲੱਗਣਾ ਉਹਨਾਂ ਮੁੱਦਿਆਂ ਦਾ, ਤੇ ਉਹ ਮੁੱਦੇ ਬਾਰ-ਬਾਰ ਹਰੇ ਹੋਣੇ ਹੀ ਹੋਣੇ ਆ। ਜਿਵੇਂ ਨੋਟਬੰਦੀ ਵਾਲਾ ਮੁੱਦਾ ਸੇਕ ਲੱਗਦਾ ਫੇਰ ਹਰਾ ਹੁੰਦਾ, ਸੇਕ ਲੱਗਦਾ ਫੇਰ ਹਰਾ ਹੁੰਦਾ, ਸੇਕ ਲੱਗਦਾ ਹਰਾ ਹੁੰਦਾ। ਔਰ ਫਿਰ ਸੈਕੰਡ ਜਿਹੜਾ ਨਾਲ ਤੁਸੀਂ ਇਸ਼ੂ ਉਹਦੇ ਨਾਲ ਜੋੜਿਆ ਹੈ ਬਹੁਤ ਹੀ ਜ਼ਿਆਦਾ ਗੰਭੀਰ ਹੈ। ਔਰ ਇਹ ਦੋ ਇਸ਼ੂ ਹੀ ਕਾਫੀ ਨੇ ਮੈਨੂੰ ਲੱਗਦਾ 2019 ਦੇ ਵਿੱਚ ਇਹਨਾਂ ਨੂੰ ਘੇਰਨ ਦੇ ਵਾਸਤੇ, ਕਿ ਪਾਰਟਿਕੂਲਰ ਖੱਬੇ ਪੱਖੀ ਔਰ ਉਹ ਵੀ ਜਿਹੜੇ ਟਰਾਈਬਲਸ ਦੇ ਨਾਲ ਖੜਨ ਵਾਲੇ ਲੋਕ ਨੇ, ਜਿਹੜੇ ਦਲਿਤ ਦੇ ਨਾਲ ਖੜਨ ਵਾਲੇ ਲੋਕ ਨੇ, ਜਿਹੜੇ ਆਦਿਵਾਸੀਆਂ ਦੇ ਨਾਲ ਖੜਨ ਵਾਲੇ ਲੋਕ ਨੇ, ਔਰ ਜਿਹੜੇ ਲੋਕ ਇਹਨਾਂ ਦੇ ਇਸ਼ੂਜ਼ ਨੂੰ ਡਿਬੇਟ 'ਚ ਲੈ ਕੇ ਆਉਂਦੇ ਨੇ। ਅਦਰਵਾਈਜ਼ ਤਾਂ ਕੋਈ ਗੱਲ ਹੀ ਨਹੀਂ ਕਰਦਾ ਹੈ। ਉਹ ਕਹਿੰਦੇ ਜਿਹੜੇ ਕਰਦੇ ਨੇ ਇੰਟੈਲੈਕਚੁਅਲੀ ਗੱਲ ਕਰਦੇ ਨੇ, ਲੌਜਿਕ ਨਾਲ ਗੱਲ ਕਰਦੇ ਨੇ। ਜਸਵੀਰ ਛੋਟੇ ਸੋਸ਼ਲ ਮੀਡੀਆ ਦੇ ਉੱਤੇ ਵੀ ਹਾਲਤ ਸਰਕਾਰ ਦੀ ਇੰਨੀ ਪਤਲੀ ਆ ਕਿ ਤੁਸੀਂ ਜੇ ਛੋਟਾ ਜਿਹਾ ਫੇਸਬੁੱਕ ਚੈਨਲ ਵੀ ਬਣਾਇਆ ਹੋਇਆ, ਤੁਸੀਂ YouTube ਚੈਨਲ ਵੀ ਬਣਾਇਆ ਹੋਇਆ, ਉਹ ਫੇਸਬੁੱਕ ਤੇ ਤੁਸੀਂ ਕੋਈ ਇਸ਼ੂ ਐਸਾ ਛੇੜਦੇ ਹੋ ਤਾਂ ਫੇਸਬੁੱਕ ਦੇ ਥਰੂ ਉਹਨੂੰ ਡਿਲੀਟ ਕਰ ਦਿੱਤਾ ਜਾਂਦਾ, ਉਹਨੂੰ ਬੰਦ ਕਰ ਦਿੱਤਾ ਜਾਂਦਾ, ਉਹਨੂੰ ਗਾਇਬ ਕਰ ਦਿੱਤਾ ਜਾਂਦਾ। ਛੋਟੇ ਲੈਵਲ ਦੇ ਉੱਤੇ ਵੀ ਤੁਸੀਂ ਡਿਬੇਟਸ ਜਿਹੜੀਆਂ ਉਹ ਛੇੜ ਨਹੀਂ ਸਕਦੇ। ਪਰ ਮੈਂ ਇਸ ਕਰਕੇ ਮੈਂ ਕਈ ਵਾਰ ਕਹਿਣਾ ਹੁੰਦਾ ਕਿ ਜਿਹੜੇ ਵਰਨੈਕੂਲਰ ਪੱਤਰ ਹੁੰਦੇ ਨੇ, ਜਿਹੜੇ ਛੋਟੀਆਂ ਪੱਤਰਕਾਵਾਂ ਹੁੰਦੀਆਂ ਨੇ, ਜਿਹੜੇ ਲਿਟਰੇਰੀ ਪੱਤਰ ਹੁੰਦੇ ਨੇ, ਜਿਹੜੇ ਆਪਣੀਆਂ ਰੀਜਨਲ ਲੈਂਗੁਏਜਿਸ ਦੇ ਵਿੱਚ ਨਿਕਲ ਰਹੇ ਹੁੰਦੇ ਨੇ, ਜਿਹੜੇ ਕਸਬਿਆਂ 'ਚ ਈਵਨ ਨਿਕਲ ਰਹੇ ਹੁੰਦੇ ਨੇ, ਜਿਹੜੇ ਈਵਨਿੰਗ ਛੋਟੇ ਪੇਪਰ ਨਿਕਲ ਰਹੇ ਹੁੰਦੇ ਨੇ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੁੰਦੀ ਆ। ਕਾਰਪੋਰੇਟ ਹਾਊਸਿਸ ਦੁਆਰਾ ਚਲਾਏ ਜਾ ਰਹੇ ਮੀਡੀਏ ਦੇ ਮੁਕਾਬਲਤਨ ਉਹ ਤੁੱਛ ਹੁੰਦੇ ਨੇ, ਬਹੁਤ ਛੋਟੇ ਹੁੰਦੇ ਨੇ, ਬਟ ਉਹਨਾਂ ਦੀ ਗਹਿਰਾਈ ਲੋਕਾਂ ਦੇ ਮਨ ਤੱਕ ਜਾਣ ਵਾਲੀ ਉਹਨਾਂ ਤੋਂ ਕਿਤੇ ਵੱਧ ਹੁੰਦੀ ਆ। ਔਰ ਉਹਨਾਂ ਦੇ ਵਿੱਚ ਟਰੂਥ ਕਹਿਣ ਦੀ ਜਿਹੜੀ ਆ ਉਹ ਪਾਵਰ ਹੁੰਦੀ ਆ। ਉਹ ਕਹਿ ਸਕਦੇ ਨੇ ਔਰ ਉਹ ਕਹਿੰਦੇ ਨੇ। ਸਰਕਾਰਾਂ ਭੁੱਲ ਜਾਂਦੀਆਂ ਨੇ ਕਿ ਅਸੀਂ ਮੇਨ ਸਟ੍ਰੀਮ ਮੀਡੀਆ ਖਾ ਲਿਆ ਪੜ੍ਹ ਲਿਆ। ਔਰ ਤੁਸੀਂ ਇਸ ਗੱਲੇ ਵੀ ਤੁਸੀਂ ਹੈਰਾਨ ਮੰਨੋਗੇ ਕਿ ਜਿਹੜੇ ਛੋਟੇ ਵਰਨੈਕੂਲਰ ਪੱਤਰ ਜਾਂ ਅਖਬਾਰਾਂ ਛਪਦੀਆਂ ਸੀ, ਬੀਜੇਪੀ ਸਰਕਾਰ ਨੇ ਉਹ ABC ਦਾ ਹਵਾਲਾ ਦੇ ਕੇ ਕਰਤਾ ਹੋਵੇ, ਉਹ ਪਬਲਿਸ਼ਿੰਗ ਗਿਣਤੀ ਦਾ ਹਵਾਲਾ ਦੇ ਕੇ ਕਰਤਾ ਹੋਵੇ, ਜਿਹੜੇ DABP ਦੇ ਲੰਕੇਸ਼ਵਰੀ ਵੀ ਤਾਂ ਪੱਤਰਕਾਰ ਕਰਦੇ ਸੀਗੇ। ਯੈਸ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ। ਉਹ ਉਹਨਾਂ ਦੇ ਜਸਵੀਰ ਹਜ਼ਾਰਾਂ ਪੱਤਰਿਕਾਵਾਂ ਬੰਦ ਹੋਣ ਦੀ ਕਗਾਰ ਤੇ ਆ ਗਈਆਂ। ਉਹਨਾਂ ਦੀ ਜਿਹੜੀ ਸੈਂਟਰ ਗਵਰਨਮੈਂਟ ਦੀ ਛੋਟੀਆਂ ਐਡਸ ਆਉਂਦੀਆਂ ਸੀਗੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ, ਔਰ ਉਹਨਾਂ ਦਾ ਜਿਹੜਾ ਕਾਗਜ਼ ਦਾ ਕੋਟਾ ਸੀ ਬੰਦ ਕਰ ਦਿੱਤਾ ਗਿਆ। ਸੋ ਉਹ ਹੌਲੀ ਉਹਨਾਂ ਦਾ ਸਾਹ ਘੁੱਟ ਹੋ ਗਿਆ। ਮੈਂ ਜਲੰਧਰ ਦੇ ਵਿੱਚ ਹੀ ਦੇਖਦਾ ਕਿ ਘੱਟੋ ਘੱਟ 10 ਐਸੇ ਪੇਪਰ ਜਾਂ ਛੋਟੀਆਂ ਅਖਬਾਰਾਂ ਸੀਗੀਆਂ ਜਿਹੜੀਆਂ
ਬੰਦ ਕਰਨੀਆਂ। ਵੀਰ ਪ੍ਰਤਾਪ ਵਰਗੀ ਜਿਹੜੀ ਆਜ਼ਾਦੀ ਤੋਂ ਪਹਿਲਾਂ ਦੀ ਨਿਕਲਦੀ ਸੀ ਅਖਬਾਰ, ਬੰਦ ਕਰਨੀ ਪੈ ਗਈ ਜੀ। ਸੋ ਇਸੇ ਤਰ੍ਹਾਂ ਹੋਰ ਛੋਟੀਆਂ ਜਿਹੜੀਆਂ ਪੱਤਰਕਾਵਾਂ, ਸਰਕਾਰ ਇੰਨਾ ਮਿਨਿਊਟਲੀ, ਇੰਨਾ ਮਾਈਕਰੋ ਚ ਜਾ ਕੇ ਜਿਵੇਂ ਕ੍ਰਸ਼ ਕਰ ਦੇਣਾ ਹੁੰਦਾ ਨਾ ਕੋਈ, ਕਿ ਵਿਰੋਧ ਦੀ ਆਵਾਜ਼ ਜਾਂ ਪੋਜ਼ਿਟਿਵਿਟੀ ਦੀ ਆਵਾਜ਼ ਜਾਂ ਕੋ ਲੋਕਾਈ ਦੀ ਆਵਾਜ਼ ਜਿਹੜੀ ਕਿਤੇ ਇੱਕ ਅੱਖਰ ਵੀ ਆਉਂਦਾ ਆ, ਉਹ ਨਹੀਂ ਹੋਣ ਦੇਣਾ ਜੀ। ਸਰਕਾਰ ਦਾ ਇੱਥੋਂ ਤੱਕ ਕਿ ਜਿਹੜੇ PIB ਹੁੰਦੇ ਨੇ, ਪ੍ਰੈਸ ਇਨਫੋਰਮੇਸ਼ਨ ਬਿਊਰੋ ਜਿਹੜੇ ਨੇ ਸਰਕਾਰ ਦੇ, ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਤੁਸੀਂ ਵਰਨੈਕੂਲਰ ਅਖਬਾਰਾਂ ਦੀ ਲੀਡ ਔਰ ਐਡੀਟੋਰੀਅਲ ਉਹਦਾ ਜਿਸਤ ਬਣਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ PMO ਪ੍ਰਾਈਮ ਮਿਨਿਸਟਰ ਆਫਿਸ ਭੇਜਣਾ ਆ ਕਿ ਅੱਜ ਆ ਵਰਨੈਕੂਲਰ ਅਖਬਾਰਾਂ ਨੇ ਸੈਂਟਰ ਗਵਰਨਮੈਂਟ ਬਾਰੇ, BJP ਬਾਰੇ ਆ ਇਸ਼ੂ ਉਭਾਰੇ ਨੇ। ਯਾਨੀ ਇੰਨਾ ਜ਼ਿਆਦਾ ਖੌਫ ਕਾਹਦਾ ਹੈ? ਖੌਫ ਹੈ ਜੋ ਕੰਮ ਕਰ ਰਹੀ ਹੈ ਸਰਕਾਰ, ਉਹ ਸਰਕਾਰਾਂ ਵਾਲੇ ਨਹੀਂ ਹੈ, ਉਹ ਕਿਸੇ ਆਈਡੀਓਲੋਜੀਕਲ ਕਮਿਟਮੈਂਟ ਵਾਲੇ ਨੇ ਜਿਹਦੇ ਨਾਲ ਪੋਲਰਾਈਜੇਸ਼ਨ ਕੀਤੀ ਜਾ ਸਕੇ, ਜਿਹਦੇ ਨਾਲ ਮਾਈਨੋਰਿਟੀਜ਼, ਜਿਹਦੇ ਨਾਲ ਦਲਿਤ, ਜਿਹਦੇ ਨਾਲ ਆਦੀਵਾਸੀ ਉਹ ਕ੍ਰਸ਼ ਕੀਤੇ ਜਾ ਸਕਣ, ਕਿਲ ਕੀਤੇ ਜਾ ਸਕਣ, ਡਰਾਏ ਜਾ ਸਕਣ, ਖੌਫਜ਼ਦਾ ਕੀਤੇ ਜਾ ਸਕਣ, ਔਰ ਕਾਰਪੋਰੇਟ ਦਾ ਜਿਹੜਾ ਆ ਉਹ ਫੇਵਰ ਕੀਤਾ ਜਾ ਸਕੇ। ਕਾਰਪੋਰੇਟ ਦੀ ਸੋਚ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਮੁਲਕ ਦੇ ਵਿੱਚ। ਪਰ ਜਿਹੜੀ ਇੱਕ ਸੋਚ ਥੋਪੀ ਜਾ ਚੁੱਕੀ ਸੀ ਆਨੰਦ ਜੀ, ਕਿਉਂਕਿ ਆਰਥਿਕ ਨੁਕਤਿਆਂ ਦੇ ਉੱਤੇ ਖਾਸੀ ਪਕੜ ਰੱਖਦੇ ਹੋ ਤੁਸੀਂ, ਉਹ ਨੋਟਬੰਦੀ ਦੇ ਰਾਹੀਂ ਥੋਪੀ ਗਈ ਸੀ, ਭਾਵੇਂ ਕਿ ਉਹਦੇ ਵਿਚਾਰ ਹੌਲੀ ਹੌਲੀ ਬਦਲਦੇ ਗਏ BJP ਦੇ, ਔਰ ਇੱਥੋਂ ਤੱਕ ਵੀ ਸਥਿਤੀਆਂ ਬਣੀਆਂ ਕਿ ਹੁਣ ਵੀ ਤਾਜ਼ਾ ਮਾਮਲੇ ਦੇ ਵਿੱਚ ਵੀ ਜਿਹੜੇ ਜ਼ਫਰ ਇਸਲਾਮ ਹੁਰੀ ਨੇ, BJP ਦੇ ਸਪੋਕਸਪਰਸਨ ਨੇ, ਉਹਨਾਂ ਦਾ ਇਹ ਤਰਕ ਹੈ ਇਸ ਖਬਰ ਤੋਂ ਬਾਅਦ ਕਿ ਅਸੀਂ ਕਦੋਂ ਕਿਹਾ ਸੀਗਾ ਕਿ ਨੋਟ ਵਾਪਸ ਨਹੀਂ ਆਉਣਗੇ, ਅਸੀਂ ਤਾਂ ਇਹ ਕਿਹਾ ਸੀਗਾ ਕਿ ਲੋਕਾਂ ਨੇ ਨੋਟ ਜਿਹੜੇ ਘਰਾਂ 'ਚ ਰੱਖੇ ਆ ਉਹ ਬੈਂਕਾਂ ਤੱਕ ਆ ਜਾਣਗੇ, ਉਹ ਅਸੀਂ ਜਿਹੜੀ ਆ ਉਹ ਚੀਜ਼ ਕਰ ਦਿੱਤੀ ਆ। ਜਾਣੀ ਕਿ ਹੁਣ ਕੁਤਰਕ ਦੇ ਨਾਲ ਆਪਣੀ ਗਲਤੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ BJP ਸਰਕਾਰ। ਤੁਸੀਂ ਬਹੁਤ ਜ਼ਿਆਦਾ ਇਲੌਜੀਕਲ ਹੈ। ਦੇਖੋ, ਪਹਿਲੀ ਗੱਲ ਤਾਂ ਇਸ ਸੰਦਰਭ ਦੇ ਵਿੱਚ ਨਾ, ਜਦੋਂ ਪੂਰੀ ਦੁਨੀਆ ਇੱਕ ਵਿਲੇਜ ਬਣ ਗਿਆ ਆ, ਹਰ ਦੇਸ਼ ਦੂਸਰੇ ਦੇਸ਼ ਦਾ ਹੁਣ ਜਿਹੜੀ ਨਾ ਕਲੋਜ਼ਡ ਇਕਨੋਮੀ ਨਹੀਂ ਹੈਗੀ, ਹੁਣ ਅਸੀਂ ਸਾਰੇ ਦੇਸ਼ਾਂ ਦੇ ਨਾਲ, ਹਰ ਦੇਸ਼ ਦੂਸਰੇ ਦੇਸ਼ ਨਾਲ ਵਪਾਰ ਕਰ ਰਿਹਾ ਆ। ਇਟ ਮੀਨਸ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਲਈ ਸਾਰੇ ਨਾਲ ਜੁੜੇ ਹੋਏ ਤਾਂ ਤੁਹਾਨੂੰ ਫਿਰ ਨਿੱਕਾ ਕਦਮ ਜਿਹੜਾ ਫੂਕ ਕੇ ਧਰਨਾ ਹੁੰਦਾ ਹੈ, ਖਾਸ ਕਰਕੇ ਇਕਨੋਮੀ ਦੇ ਮਾਮਲੇ ਦੇ ਵਿੱਚ। ਪਰ ਇੱਥੇ ਬੜੀ ਵੱਡੀ ਕੁਤਾਹੀ ਹੋਈ, ਔਰ ਭਾਰਤ ਦੇ ਨਹੀਂ ਦੁਨੀਆ ਦੇ ਬੁੱਧੀਜੀਵੀਆਂ ਨੇ ਇਹਨੂੰ ਕਿਹਾ ਕੁਤਾਹੀ, ਪਰ ਇਹ ਮੰਨਣ ਨੂੰ ਤਿਆਰ ਨਹੀਂ ਹੈ। ਸਭ ਤੋਂ ਪਹਿਲੀ ਗੱਲ ਤੇ ਜਸਵੀਰ, ਰਾਤੋਂ ਰਾਤ ਜਿਹੜਾ ਕਰ ਦੇਣਾ, ਅਸਲ ਵਿੱਚ ਗੱਲ ਕਿ ਜਸਵੀਰ ਪੁਆਇੰਟ ਜਿਹੜਾ ਅਸੀਂ ਕਹਿੰਦੇ ਨਾ ਇੰਨੇ ਹਜ਼ਾਰ ਕਰੋੜ, 15,44,000 ਕਰੋੜ ਰੁਪਈਆ ਜਿਹੜਾ ਸੀ ਉਹ ਸਰਕੂਲੇਸ਼ਨ 'ਚ ਸੀ, ਔਰ ਉਹਦੇ ਚੋਂ 15,31,000 ਕਰੋੜ ਰੁਪਈਆ ਵਾਪਸ ਆ ਜਾਂਦਾ ਹੈ ਨੋਟਬੰਦੀ ਤੋਂ ਬਾਅਦ, ਔਰ 0.70 ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਉਹਦੀ ਯੋਗ ਸੋਗ ਨਹੀਂ ਮਿਲਣ ਦੀ। ਇਹ ਅਸਲ ਦੇ ਵਿੱਚ ਖਬਰ ਇਹ ਆ। ਹੁਣ ਖਬਰ ਇਹ ਆ ਬਈ 99.30% ਤੇ ਪੈਸਾ ਵਾਪਸ ਆ ਗਿਆ, ਉਹ ਜਿਹੜਾ ਰਹਿ ਗਿਆ ਆ ਉਹ ਕਿਹੜਾ ਪੈਸਾ ਆ? ਪਹਿਲੀ ਗੱਲ ਤਾਂ ਇਹ ਆ, ਇਹ ਭੋਗ ਪਤਾ ਨਹੀਂ ਕਿ ਇਹ ਬਲੈਕ ਮਨੀ ਹੈ। ਜਿਸ ਭਾਰਤ ਬਹੁਤ ਵੱਡਾ ਦੇਸ਼ ਹੈ, ਅਜੇ ਵੀ ਲੋਕਾਂ ਦੇ ਟਰੰਕਾਂ ਚੋਂ, ਲੋਕਾਂ ਦੀਆਂ ਕੋਟਾਂ ਚੋਂ, ਲੋਕਾਂ ਦੇ ਪੈਸੇ ਨਿਕਲ ਰਹੇ ਨੇ, ਅਜੇ ਵੀ ਨਿਕਲ ਰਹੇ ਨੇ, ਜਿਨ੍ਹਾਂ ਨੇ ਛੋਟਾ ਤਬਕਾ, ਜਿਨ੍ਹਾਂ ਨੇ ਕਿਤੇ ਸੰਭਾਲ ਕੇ ਰੱਖੇ, ਕਿਸੇ ਔਰਤਾਂ ਨੇ ਕਿਸੇ ਆਪਣੇ ਕਿਸੇ ਖਾਸ ਕੰਮ ਲਈ, ਕਈ ਵਾਰੀ ਅਸੀਂ ਕੱਢਦੇ ਹਾਂ ਪੁਰਾਣੇ ਕੱਪੜੇ, ਜੇਬ 'ਚ ਪੈਸੇ ਨਿਕਲ ਆਉਂਦੇ ਨੇ। ਇਹ ਪ੍ਰਵਾਸੀਆਂ ਦੇ ਕੋਲ ਅਜੇ ਤੱਕ ਪਏ ਆ, ਪ੍ਰਵਾਸੀਆਂ ਕੋਲ ਨਹੀਂ ਆ ਸਕੇ ਉਹ। ਮੈਨੂੰ ਯਾਦ ਆ ਅਮਰੀਕਾ ਤੋਂ ਮੇਰੇ ਇੱਕ ਮਿੱਤਰ ਆਉਂਦੇ ਨੇ, ਤਾਂ ਨੋਟਬੰਦੀ ਤੋਂ ਬਾਅਦ ਦੀਆਂ ਗੱਲਾਂ ਨੇ, ਉਹ ਸਮਾਂ ਨਿਕਲ ਜਾਂਦਾ ਹੈ, ਤੇ ਅਸੀਂ ਉਹਨਾਂ ਨੂੰ ਜਦੋਂ ਫਲਾਈਟ ਤੇ ਚੜਾਉਣ ਜਾਂਦੇ ਹਾਂ ਵਾਪਸ, ਤੇ ਉਹ ਜੇਬ 'ਚ ਹੱਥ ਮਾਰਦੇ ਆ, ਕਿਉਂਕਿ ਇੱਥੇ ਉਹਨਾਂ ਦਾ ਕੋਟ ਸੀ, ਉਹ ਕੱਪੜੇ ਪਾਏ ਸੀ, ਉਹ ਕੱਢੇ ਤੇ ਉੱਚੋਂ 500 ਦੇ ਨੋਟ ਦਾ ਕੋਈ ਕਹਿੰਦਾ ਉਹ ਇਹ ਤੇ ਉਹ ਹੁਣ ਕੰਮ ਕਿਸ ਤਰ੍ਹਾਂ ਨੇ, ਉਹ ਉਸੇ ਵੇਲੇ ਉਹਨੂੰ ਪਾੜ ਕੇ ਤੇ ਸੁੱਟ ਦਿੰਦਾ ਹੈ। ਜਿਸ ਵੀ ਇਹ ਅਸਲੀਅਤ ਦੀ ਗੱਲ ਹੈਗੀ ਆ। ਅੰਮ੍ਰਿਤਸਰ ਰਾਜਸਥਾਨ ਸੀ ਹਵਾਈ ਅੱਡੇ ਦੀ ਗੱਲ, ਬਹੁਤ ਸਾਰੇ ਨੋਟ ਜਿਹੜੇ ਫਟੇ ਮਿਲੇ ਵੀ ਆ, ਉਦੋਂ ਕ੍ਰਸ਼ ਕਰਕੇ ਸੁੱਟੇ ਗਏ ਆ ਬਹੁਤ ਸਾਰੇ ਨਾਲਿਆਂ ਦੇ ਵਿੱਚ, ਨਦੀਆਂ ਦੇ ਵਿੱਚ। ਜਿਹੜੀ ਗੱਲ, ਜਿਹੜਾ ਮੁੱਦਾ ਇਹ ਆ ਕਿ ਇਸੇ ਸਮੇਂ ਦੇ ਦੌਰਾਨ ਦਿੱਲੀ ਵਿੱਚ 7 ਸਟਾਰ BJP ਦਾ ਹੈੱਡਕੁਆਟਰ ਬਣਦਾ ਹੈ, ਉਹ ਰਾਤੋਂ ਰਾਤ ਬਣਦਾ ਆ, ਉਹ ਇੱਕਦਮ BJP ਦੀ ਆਮਦਨ ਦੇ ਵਿੱਚ ਇਜ਼ਾਫਾ ਹੁੰਦਾ ਆ, ਔਰ ਉਹਦੀ ਜਿਹੜੀ ਆ ਸੋਰਸਸ ਵੀ ਨਹੀਂ ਦੱਸਦੇ। ਇਹਦੇ ਨਾਲ ਹੀ
ਭਾਰਤ ਦੇ ਵੱਖ-ਵੱਖ ਕਸਬਿਆਂ ਦੇ ਵਿੱਚ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਮੀਨਾਂ ਖਰੀਦੀਆਂ ਜਾਂਦੀਆਂ ਨੇ ਬੀਜੇਪੀ ਵੱਲੋਂ, ਆਰਐਸਐਸ ਵੱਲੋਂ। ਹੁਣ ਜਿਹੜਾ ਬੀਜੇਪੀ ਦਾ ਪ੍ਰਵਕਤਾ ਕਹਿ ਰਿਹਾ ਆ ਵੀ ਅਸੀਂ ਇਹਦੇ ਹਿਸਾਬ ਕਿਤਾਬ ਲੈਣਾ ਆ, ਸਾਰੇ ਪੈਸੇ ਵਾਪਸ ਆ ਗਏ, ਕੀ ਆ ਗਏ, ਕਿੱਥੋਂ ਆ ਗਏ ਨੇ, ਕੀ ਉਹ ਅਮਿਤ ਸ਼ਾਹ ਕੋਲੋਂ ਹਿਸਾਬ ਲੈਣਗੇ? ਕਿ ਬੀਜੇਪੀ ਨੇ 7 ਸਟਾਰ ਜਿਹੜਾ ਹੋਟਲ ਨੂੰਮਾ ਆਪਣਾ ਹੈੱਡਕੁਆਟਰ ਬਣਾਇਆ, ਕਿ ਉਹਦਾ ਹਿਸਾਬ ਦੇਣਗੇ? ਕਿ ਥਾਂ ਤੇ ਜਿਹੜੀਆਂ ਜ਼ਮੀਨਾਂ ਖਰੀਦ ਰਹੀ ਹੈ ਬੀਜੇਪੀ ਔਰ ਆਰਐਸ, ਕਿ ਉਹਦਾ ਹਿਸਾਬ ਦੇਣਗੇ? ਇਹਦੇ ਵਿੱਚ ਵੀ ਜਿਸ ਤਰ੍ਹਾਂ ਛੋਟਾ ਬੰਦਾ ਮਰਿਆ, ਆਮ ਬੰਦਾ ਮਰਿਆ, 140 ਬੰਦੇ, 140 ਮਨੁੱਖ ਜਿਹੜੇ ਨੋਟਬੰਦੀ ਦਾ ਸ਼ਿਕਾਰ ਹੋਏ, ਉਹ ਆਮ ਬੰਦੇ ਸਨ। ਕੋਈ ਲੀਡਰ ਨਹੀਂ ਹੋਇਆ, ਕੋਈ ਬੀਜੇਪੀ ਦਾ ਪ੍ਰਵਕਤਾ ਨਹੀਂ ਹੋਇਆ, ਕੋਈ ਸੰਘੀ ਨਹੀਂ ਹੋਇਆ, ਇੱਕ ਆਮ ਬੰਦਾ, ਦਿਹਾੜੀਦਾਰ ਬੰਦਾ ਮਰਿਆ। ਇਹ ਸਰਕਾਰੀ ਡਾਟਾ ਆ, ਉਸ ਤਰ੍ਹਾਂ ਪਤਾ ਨਹੀਂ ਕਿੰਨੇ ਲੋਕ ਮਰੇ ਹੋਣਗੇ। ਹੁਣ ਜਿਹੜੇ ਜਦੋਂ ਵੀ ਡੀਮੋਨੇਟਾਈਜੇਸ਼ਨ ਦੀ ਗੱਲ ਹੋਏਗੀ, ਇਹ ਕਾਲਾ ਅਧਿਆਇ ਕੀਤਾ ਜਾਏਗਾ, ਕਿਉਂਕਿ ਵੱਖ-ਵੱਖ ਦੇਸ਼ ਜਦੋਂ ਇਹ ਕਹਿੰਦੇ ਨੇ ਡੀਮੋਨੇਟਾਈਜੇਸ਼ਨ ਉਸ ਦੇਸ਼ ਨੇ ਕੀਤੀ, ਉਸ ਦੇਸ਼ ਨੇ ਕੀਤੀ, ਉਸ ਦੇਸ਼ ਨੇ ਕੀਤੀ, ਪਰ ਉਹ ਜਿੰਨੇ ਵੀ ਦੇਸ਼ਾਂ ਦੀ ਐਗਜ਼ਾਮਪਲਸ ਦਿੰਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਡੈਮੋਕ੍ਰੈਟਿਕ ਘੱਟ ਨੇ। ਉੱਥੇ ਜਾਂ ਤਾਂ ਡਿਕਟੇਟਰਸ਼ਿਪ ਹੈਗੀ ਆ, ਜਾਂ ਡੈਮੋਕ੍ਰੇਸੀ ਦੇ ਔੜ ਦੇ ਵਿੱਚ, ਔਰ ਇਸ ਵੇਲੇ ਭਾਰਤ ਵਿੱਚ ਵੀ ਡੈਮੋਕ੍ਰੇਸੀ ਦੇ ਔੜ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਆ। ਹਾਂ, ਵੱਖ-ਵੱਖ ਦੇਸ਼ਾਂ ਨੇ, ਜਿੱਦਾਂ ਭਾਰਤ ਦੀ ਵੀ ਇਹਨਾਂ ਐਗਜ਼ਾਮਪਲ ਦਿੱਤੀ ਸੀ, ਉਦੋਂ ਵੀ ਡੀਮੋਨੇਟਾਈਜੇਸ਼ਨ ਨਹੀਂ ਸੀ ਹੋਈ 1949 ਜਾਂ ਦੇ ਆਸ-ਪਾਸ, ਉਦੋਂ ਡੀਵੈਲੂਏਸ਼ਨ ਹੋਈ ਸੀ। ਭਾਰਤ ਦੀ ਕਰੰਸੀ ਨੂੰ ਜਾਣ ਬੁੱਝ ਕੇ ਡੀਵੈਲੂ ਕੀਤਾ ਗਿਆ ਸੀ, ਕਿਉਂਕਿ ਦੂਸਰੇ ਦੇਸ਼ਾਂ ਨਾਲ ਐਕਸਪੋਰਟ ਵਧੇ, ਦੂਜੇ ਦੇਸ਼ਾਂ ਨੂੰ ਐਕਸਪੋਰਟ ਜਿਹੜਾ ਭਾਰਤ ਤੋਂ ਇੰਪੋਰਟ ਕਰਨਾ ਸਸਤਾ ਮਿਲੇ, ਤਾਂ ਇੱਥੋਂ ਦਾ ਜਿਹੜਾ ਲੋਕਲ ਵਪਾਰੀ ਹੈ ਜਿਹੜਾ ਐਕਸਪੋਰਟ ਕਰਦਾ, ਉਹਨੂੰ ਵਾਧਾ ਮਿਲੇ। ਇਸ ਕਰਕੇ ਡੀਵੈਲੂਏਟ ਕੀਤੀ ਸੀ, ਨੋਟ ਨਹੀਂ ਸੀ ਬਦਲ ਦਿੱਤੇ ਵੀ ਇਹ ਨੋਟ ਨਹੀਂ ਚੱਲਣੇ। ਔਰ ਇਹ ਜਸਵੀਰ ਇਹ ਮੰਨਣ ਨਾ ਮੰਨਣ, ਪਰ ਜਿਹੜਾ ਰੁਪਇਆ ਲਗਾਤਾਰ ਡਾਲਰ ਦੇ ਮੁਕਾਬਲੇ ਡਿੱਗ ਰਿਹਾ ਆ, ਉਹਦੇ ਪਿੱਛੇ ਕਾਰਨ ਵੀ ਇਹ ਆ ਵੀ ਭਾਰਤ ਦਾ ਰੁਜ਼ਗਾਰ, ਭਾਰਤ ਦਾ ਇੰਟਰਨੈਸ਼ਨਲ ਟ੍ਰੇਡ, ਇਹ ਸਾਰਾ ਦਾ ਸਾਰਾ ਹਿੱਟ ਹੋਇਆ ਆ ਡੀਮੋਨੇਟਾਈਜੇਸ਼ਨ ਨਾਲ ਔਰ GST ਦੇ ਨਾਲ। ਕਿਉਂਕਿ GST ਦੀਆਂ ਇਹਨਾਂ ਨੇ ਇੰਨੀਆਂ ਕੁ ਵੱਡੀਆਂ ਦਰਾਂ ਲਗਾ ਦਿੱਤੀਆਂ ਕਿ ਉਹ ਉਹਨਾਂ ਦੇ ਕੰਟਰੋਲ ਚੋਂ ਬਾਹਰ ਰਹਿ ਗਿਆ। ਉਹ ਛੋਟਾ ਵਪਾਰੀ, ਤੁਸੀਂ ਇਕੱਲੇ ਜਲੰਧਰ 'ਚ ਦੇਖ ਲਓ, ਤੁਹਾਨੂੰ ਛੋਟੇ ਵਪਾਰੀ ਮਿਲਣਗੇ ਜਿਹੜੇ ਬਾਹਰਲੇ ਦੇਸ਼ਾਂ ਨੂੰ ਸਪੋਰਟਸ ਦਾ ਸਮਾਨ ਭੇਜਦੇ ਸੀ, ਲੁਧਿਆਣੇ 'ਚ ਹੌਜ਼ਰੀ ਦਾ ਸਮਾਨ ਪਰ ਉਹ ਸਾਰਾ ਦਾ ਸਾਰਾ ਹਿੱਟ ਹੋ ਗਿਆ। ਉਹਦੇ ਨਾਲ ਕੀ ਆ, ਸਾਡਾ ਜਿਹੜਾ ਫੋਰਨ ਟ੍ਰੇਡ ਆ ਉਹ ਵੀ ਬੁਰੀ ਤਰ੍ਹਾਂ ਹਿੱਟ ਹੋਇਆ ਆ। ਔਰ ਪੂਰੇ ਭਾਰਤ ਨੂੰ ਜਦੋਂ ਅਸੀਂ ਦੇਖਦੇ ਹਾਂ, ਔਰ ਇਹ ਵੀ ਇੱਕ ਵੱਡਾ, ਇੱਕ ਚਾਹੇ ਇੰਟਰਨੈਸ਼ਨਲ ਦੱਸਣ ਵੀ ਇਹ ਨੁਕਤਾ ਆ, ਪਰ ਜਸਵੀਰ ਇੰਟਰਨੈਸ਼ਨਲ ਟ੍ਰੇਡ ਭਾਰਤ ਦਾ ਦੂਜੇ ਦੇਸ਼ਾਂ ਨਾਲ ਹਿੱਟ ਹੋਣ ਕਰਕੇ ਵੀ ਜਿਹੜਾ ਭਾਰਤੀ ਰੁਪਈਆ ਆ 70 ਤੋਂ, ਔਰ ਆਉਣ ਵਾਲੇ ਬੀਜੇਪੀ ਕਹਿ ਰਹੀ ਹੈ ਵੀ ਅਸੀਂ ਸ਼ਾਇਦ 73-74 ਤੱਕ ਵੀ ਚਲੇ ਜਾਈਏ, ਰੁਪਈਆ ਹੋਰ ਡਿਵੈਲੂਏਟ ਹੋ ਰਿਹਾ। ਉਹਦਾ ਚਾਹੇ ਐਕਸਪੋਰਟ ਸਸਤਾ ਹੋ ਜਾਏਗਾ, ਪਰ ਜਸਵੀਰ ਉਸ ਕੰਪੈਰੀਜ਼ਨ 'ਚ ਨਾ ਤੇ ਉਜਰਤਾਂ 'ਚ ਵਾਧਾ ਹੋਣਾ ਆ। ਸਰਕਾਰੀ ਮੁਲਾਜ਼ਮ ਨੂੰ DA ਮਿਲ ਜਾਏਗਾ, ਪਰ ਇੱਕ ਰੇਹੜੀ ਵਾਲੇ ਨੂੰ, ਇੱਕ ਰਕਸ਼ੇ ਵਾਲੇ ਨੂੰ, ਇੱਕ ਆਟੋ ਵਾਲੇ ਨੂੰ ਤੁਸੀਂ ਦੇਖੋ ਆਟੋ। ਪਰ ਸਿੱਧੀ ਗੱਲ ਇਹ ਵੀ ਹੈ, ਜਿਨ੍ਹਾਂ ਨੂੰ ਅਸੀਂ ਇਸ ਵੇਲੇ ਮੁਖਾਤਿਬ ਹੋ ਰਹੇ ਹਾਂ, ਜਿਹੜੇ ਲੋਕ ਸਾਨੂੰ ਦੇਖ ਰਹੇ ਆ ਪ੍ਰਦੇਸ਼ਾਂ ਦੇ ਵਿੱਚ ਬੈਠੇ, ਉਹਨਾਂ ਦੇ ਕੁਝ ਨਜ਼ਦੀਕੀ ਜਾਂ ਉਹਨਾਂ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਜਿਹੜੇ ਐਜੂਕੇਸ਼ਨ ਲੈ ਰਹੇ ਆ, ਚਾਹੇ ਕੈਨੇਡਾ ਦੇ ਵਿੱਚ, ਚਾਹੇ ਅਮਰੀਕਾ ਦੇ ਵਿੱਚ, ਚਾਹੇ ਇੰਗਲੈਂਡ ਦੇ ਵਿੱਚ, ਚਾਹੇ ਕਿਸੇ ਹੋਰ ਕੰਟਰੀ ਦੇ ਵਿੱਚ, ਉਹਨਾਂ ਦੇ ਪਰਿਵਾਰ ਜਿਹੜੇ ਇੱਥੋਂ ਪੈਸੇ ਭੇਜ ਰਹੇ ਆ, ਉਹਨਾਂ ਦਾ ਕੀ ਹਾਲ ਹੋਏਗਾ ਇਸ ਤਰੀਕੇ ਨਾਲ ਡਾਲਰ ਜਿਸ ਤਰੀਕੇ ਨਾਲ ਮਜ਼ਬੂਤ ਹੋ ਰਿਹਾ। ਉਸ ਤੋਂ ਬਾਅਦ ਇਹ ਪਰਿਸਥਿਤੀ ਜ਼ਰੂਰ ਸਰਕਾਰਾਂ ਨੂੰ ਦੇਖ ਲੈਣੀ ਚਾਹੀਦੀ ਕਿ ਲੋਕ ਜਿਹੜੇ ਆ ਉਹ ਪਹਿਲੇ ਪੰਜਾਬ 'ਚੋਂ ਨਹੀਂ, ਬਹੁਤ ਸਾਰੇ ਬਾਕੀ ਸੂਬਿਆਂ ਦੇ ਵਿੱਚ ਵੀ ਲੋਕ ਗਏ ਹੋਏ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀਆਂ ਨੇ ਇੱਥੋਂ ਦੀ ਅਰਥ ਵਿਵਸਥਾ ਨੂੰ। ਜੇ ਰੁਪਈਆ ਕਮਜ਼ੋਰ ਹੁੰਦਾ ਆ ਤਾਂ ਪੈਟਰੋਲ ਦੀਆਂ ਕੀਮਤਾਂ ਵੀ ਫਿਰ ਵਧਣਗੀਆਂ। ਜੇ ਰੁਪਈਆ ਕਮਜ਼ੋਰ ਹੁੰਦਾ ਤੇ ਪੈਟਰੋਲ ਡੀਜ਼ਲ ਨੇ ਹਰ ਸ਼ੈ ਦੇ ਉੱਤੇ ਜਿਹੜਾ ਆ ਉਹ ਅਸਰ ਪਾਉਣਾ ਆ। ਜਿੰਨੀ ਛੇਤੀ ਅੱਗ ਪੈਟਰੋਲ ਫੜਦਾ ਤੇ ਫਿਰ ਕੀਮਤਾਂ ਨੇ ਵੀ ਓਡੀ ਛੇਤੀ ਅੱਗ ਫੜਨੀ ਹੈ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਤੇ ਸੰਧੂ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਇਹ ਨੁਕਤੇ ਜਿਹੜੇ, ਕਿਉਂਕਿ ਪੈਟਰੋਲ ਦੀ ਗੱਲ ਛਿੜੀ ਹੈ ਤੇ ਨਾਲ ਹੀ ਛੇੜਦੇ ਨੇ, ਪੈਟਰੋਲ ਵੀ ਇਸ ਵੇਲੇ ਸਭ ਤੋਂ ਮਹਿੰਗੇ ਭਾਅ ਦੇ ਉੱਤੇ ਮਿਲਦਾ ਕਿਹਾ ਜਾ ਸਕਦਾ ਭਾਰਤ ਦੇ ਵਿੱਚ, ਔਰ ਉਧਰ ਪਾਕਿਸਤਾਨ ਦੇ ਵਿੱਚ ਜਿਵੇਂ ਇਮਰਾਨ ਖਾਨ ਹੋ ਰਹੀ ਹੈ 17 ਰੁਪਏ ਦੇ ਕਰੀਬ ਉਹਨਾਂ ਨੇ ਸਸਤਾ ਕਰ ਦਿੱਤਾ ਪੈਟਰੋਲ, ਤੇ ਇੱਥੇ ਦਿਨ ਬ ਦਿਨ ਮਹਿੰਗਾ ਹੁੰਦਾ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੀਜੇਪੀ ਲਈ 19 ਦੇ ਵਿੱਚ ਭਾਰੀ ਪੈਣਗੀਆਂ। ਦੇਖੋ, ਬੀਜੇਪੀ ਲਈ ਅਗਰ ਜੇ ਇਹਨਾਂ ਨੇ GST ਲਾਈ ਸੀਗੀ ਤੇ ਉਹ GST ਦੇ ਦਾਇਰੇ ਦੇ ਵਿੱਚ ਅਗਰ ਪੈਟਰੋਲ ਡੀਜ਼ਲ ਨੂੰ ਵੀ ਲੈ ਕੇ ਆਂਦੇ ਤੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਉਸ ਚੀਜ਼ ਤੇ ਵੀ ਅਸਰ ਪੈਣਾ ਸੀਗਾ। ਭਾਵੇਂ ਉਹ ਗੈਸ ਦੀ ਸਬਸਿਡੀ ਹੋਵੇ ਜਿਹੜੀ ਕਿ ਆਮ ਲੋਕਾਂ ਤੱਕ ਜਾਂਦੀ ਹੈ, ਜਦਕਿ ਉਹ ਸਬਸਿਡੀ ਦੇ ਨਾਮ ਤੇ ਵੀ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਵਾ। ਉਹਦੇ ਵਿੱਚੋਂ ਬਹੁਤ ਜ਼ਿਆਦਾ ਐਵੇਂ ਦੇ ਨੇ ਕਿ ਜਿਨ੍ਹਾਂ ਨੂੰ ਉਹ ਸਬਸਿਡੀ ਜਿਹੜਾ ਆ ਉਹਦਾ ਪੈਸਾ
ਨਹੀਂ ਮਿਲਦਾ। ਤੇ ਮੋਦੀ ਸਾਹਿਬ ਬਾਹਰ ਆਣ ਕੇ ਫਿਰ ਇਹ ਵੀ ਚੀਜ਼ ਕਹਿੰਦੇ ਨੇ ਕਿ ਉਹ ਗਰੀਬਾਂ ਵਾਸਤੇ ਤੁਸੀਂ ਸਬਸਿਡੀ ਜਿਹੜੀ ਉਹ ਛੱਡ ਦਿਓ ਤੇ ਜਿਹੜੇ ਆਮ ਲੋਕ ਨੇ ਜਿਹੜੇ ਥੋੜੇ ਜਿਹੇ ਡਿਜ਼ਰਵ ਕਰਦੇ ਨੇ ਉਹ ਇਸ ਸਬਸਿਡੀ ਨੂੰ ਜਿਹੜਾ ਹੈ ਉਹ ਨਾ ਲੈਣ। ਅਗਰ ਇਸ ਖਬਰ ਤੋਂ ਥੋੜਾ ਪਿੱਛੇ ਜਾ ਕੇ ਦੇਖੀਏ ਆਪਾਂ, ਜਦੋਂ ਡੀਮੋਨਟਾਈਜੇਸ਼ਨ ਹੋਇਆ ਸੀਗਾ ਉਸ ਟਾਈਮ ਤੇ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਸੀਗੀਆਂ ਤੇ ਵਿਧਾਨ ਸਭਾ ਚ ਅੱਜ ਕੱਲ੍ਹ ਚੋਣਾਂ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਹੈ ਉਹ ਪੈਸੇ ਦੀ ਵਰਤੋਂ ਬੇਇਮਤਿਹਾ ਕਰਦੀ ਹੈ, ਬਹੁਤ ਵਰਤੋਂ ਕਰਦੀ ਪੈਸੇ ਦੀ। ਤੇ ਉਸ ਟਾਈਮ ਤੇ ਅਗਰ ਦੇਖੀਏ ਆਪਾਂ ਯੂਪੀ ਵਰਗੇ ਸੂਬੇ ਜਾਂ ਹੋਰ ਸੂਬਿਆਂ ਨੂੰ ਬੀਜੇਪੀ ਨੇ ਆਪਦੇ ਕਬਜ਼ੇ ਵਿੱਚ ਲਿਆ ਤੇ ਉਹਦਾ ਇੱਕ ਇਹ ਵੀ ਅਸਰ ਹੋ ਸਕਦਾ ਸੀਗਾ ਕਿ ਉਸ ਸਮੇਂ ਜਦੋਂ ਡੀਮੋਨਟਾਈਜੇਸ਼ਨ ਹੋਇਆ ਤੇ ਲੋਕਾਂ ਦੀਆਂ ਜਿਹੜੇ ਜਿਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਸੀਗੀ ਤੇ ਉਸ ਟਾਈਮ ਤੇ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਬਲੈਕ ਤੋਂ ਵਾਈਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਟਾਈਮ ਲੱਗਾ ਜਾਂ ਫਿਰ ਉਹ ਨਹੀਂ ਕਰ ਸਕੀਆਂ। ਤੇ ਇੱਥੇ ਬੀਜੇਪੀ ਨੇ ਪਹਿਲਾਂ ਹੀ ਇਹਨਾਂ ਦੀ ਇੱਕ ਸਟ੍ਰੈਟਜੀ ਟਾਈਪ ਸੀਗਾ, ਇਹਨਾਂ ਨੇ ਪਹਿਲਾਂ ਹੀ, ਕਿਉਂਕਿ ਜਦੋਂ ਡੀਮੋਨਟਾਈਜੇਸ਼ਨ ਹੁੰਦਾ ਹੈ ਉਸ ਤੋਂ ਥੋੜੇ ਦਿਨ ਪਹਿਲਾਂ ਹੀ ਬੀਜੇਪੀ ਦੇ ਪ੍ਰੋਪਰਟੀ ਲੈਣ ਦੇ ਕੁਝ ਰਿਕਾਰਡ ਸਾਹਮਣੇ ਆਉਂਦੇ ਨੇ। ਉਸ ਤੋਂ ਬਾਅਦ ਜਿਹੜੇ ਵਿਰੋਧੀ ਧਿਰ ਨੇ ਉਹ ਰਿਕਾਰਡ ਲੈ ਕੇ ਆਉਂਦੇ ਨੇ ਕਿ ਬੀਜੇਪੀ ਨੇ ਜਿਹੜਾ ਪਹਿਲਾਂ ਇਹ ਜ਼ਮੀਨਾਂ ਖਰੀਦੀਆਂ ਸੀਗੀਆਂ। ਨਾਲੇ ਇੱਕ ਜਦੋਂ ਨੋਟਬੰਦੀ ਹੁੰਦੀ ਹੈ ਉਸੇ ਦਰਮਿਆਨ ਇੱਕ ਵਿਧਾਇਕ ਦੀ ਹਾਂ ਪਰ ਇੱਕ ਮਿੰਟ ਜਸਵੀਰ ਮੇਰੀ ਗੱਲ ਪੂਰੀ, ਇੱਕ ਮਿੰਟ ਇੱਕ ਪੋਲੀਟੀਸ਼ੀਅਨ ਹੈ ਜਿਹੜੇ ਕਿ ਬੀਜੇਪੀ ਦੇ ਨੇ, ਉਸ ਟਾਈਮ ਉਹਨਾਂ ਦੀ ਇੱਕ ਕੁੜੀ ਦਾ ਵਿਆਹ ਹੁੰਦਾ ਜਿਹਦੇ ਵਿੱਚ 5 ਕਰੋੜ ਤੋਂ ਵੀ ਜ਼ਿਆਦਾ ਪੈਸਾ ਜਿਹੜਾ ਉਹ ਖਰਚ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਪੈਸਾ ਕਿਸ ਤਰੀਕੇ ਦੇ ਨਾਲ ਚੇਂਜ ਹੋ ਗਿਆ, ਇਹ ਵੀ ਇੱਕ ਚੀਜ਼ ਦੇਖਣ ਵਾਲੀ ਸੀਗੀ। ਤੇ ਨਾਲੇ ਇੱਕ ਚੀਜ਼ ਇੱਥੇ ਹੋਰ ਹੈ ਕਿ ਜਦੋਂ ਉਸ ਟਾਈਮ ਤੇ ਬਲੈਕ ਤੋਂ ਵਾਈਟ ਮਨੀ ਹੋਈ, ਠੀਕ ਹੈ, ਤੇ ਕੀ ਉਹ ਐਡੇ ਵੱਡੇ ਸਤਰ ਤੇ ਹੋ ਗਈ ਕਿ ਇੰਨਾ ਪੈਸਾ ਜਿਹੜਾ ਉਹ ਬੈਂਕ ਨੇ ਰਿਕਵਰ ਕਰ ਲਿਆ? ਕਿਉਂਕਿ ਨੋਟਬੰਦੀ ਦਾ ਮੇਨ ਮਕਸਦ ਤੇ ਇਹ ਸੀਗਾ ਕਿ ਜਿਹੜਾ ਕਾਲਾ ਧਨ ਹੈ ਉਹ ਵਾਪਸ ਆਵੇਗਾ। ਪਰ ਇੱਥੇ ਬੈਂਕਾਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਗਈ? ਕਿਉਂਕਿ ਉਸ ਟਾਈਮ ਤੇ ਮੋਦੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਬੈਂਕਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਬਲੈਕ ਤੋਂ ਵਾਈਟ ਕਰਨ ਦੇ ਵਿੱਚ ਲੋਕਾਂ ਦੀ ਨਜਾਇਜ਼ ਮਤਲਬ ਕਿ ਨਜਾਇਜ਼ ਤਰੀਕੇ ਨਾਲ ਜਿਨ੍ਹਾਂ ਦਾ ਕੀਤਾ। ਤੇ ਕੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਈ? ਖਿਲਾਫ ਕਾਰਵਾਈ ਦੀ ਜੇ ਗੱਲ ਕਰ ਲਈਏ ਤੇ ਬੈਂਕ ਤਾਂ ਇਸ ਵੇਲੇ ਮੇਰਾ ਖਿਆਲ ਹੈ ਕਿ ਸਰਕਾਰਾਂ ਨਾਲੋਂ ਵੀ ਵੱਧ ਲੁੱਟਦੇ ਪਏ ਨੇ। ਏਟੀਐਮ ਇਸਤੇਮਾਲ ਕਰਨ ਦੇ ਉੱਤੇ ਪੈਸਾ, ਏਟੀਐਮ ਇਸ਼ੂ ਕਰਵਾਉਣ ਦੇ ਉੱਤੇ ਪੈਸਾ, ਤੁਸੀਂ ਬੈਂਕ 'ਚ ਆਪਣਾ ਅਕਾਊਂਟ ਹੀ ਬੰਦ ਕਰਵਾਉਣਾ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਤੁਸੀਂ ਕੈਰੀ ਕਰ ਸਕਦੇ ਤੇ ਉਹਦੇ ਉੱਤੇ ਤੁਹਾਨੂੰ 500-600 ਰੁਪਏ ਦੇਣਾ ਪੈਂਦਾ ਹੈ। ਕੁੱਲ ਮਿਲਾ ਕੇ ਕਿਹਾ ਜਾਵੇ ਤੇ ਇਸ ਸਮੇਂ ਆਮ ਬੰਦੇ ਦਾ ਕਚੂਮਰ ਕੱਢਣ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਨਹੀਂ ਛੱਡੀ ਜਾ ਰਹੀ, ਚਾਹੇ ਉਹ ਸਰਕਾਰਾਂ ਹੋਣ, ਚਾਹੇ ਉਹ ਬੈਂਕ ਹੋਣ, ਚਾਹੇ ਉਹ ਸਾਡੇ ਮੁਲਕ ਦੀ ਇੰਡਸਟਰੀ ਦੇ ਉੱਤੇ ਕਾਬਜ਼ ਵੱਡੇ ਰਸੂਖਦਾਰ ਲੋਕ ਕਿਉਂ ਨਾ ਹੋਣ, ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਲੁੱਟ ਕੇ ਉਹ ਫਰਾਰ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਕੋਈ ਕਹਿਣ ਸੁਣਨ ਵਾਲਾ ਵੀ ਲੱਭਦਾ ਨਜ਼ਰ ਨਹੀਂ ਆਉਂਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦੇਸਰਾਜ ਕਾਲੀ ਜੀ, ਆਨੰਦ ਜੀ ਔਰ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਸਵੀਰ ਨੂੰ ਵੀ ਇਜਾਜ਼ਤ ਦਿਓ, ਪਰ ਵਿਊਵਰਸ ਦੇ ਲਈ ਇਹ ਦਰਖਾਸਤ ਹੈ ਕਿ ਆਪਣੇ ਸੁਝਾਅ, ਆਪਣੇ ਵਿਚਾਰ ਸਾਡੇ ਤੱਕ ਜ਼ਰੂਰ ਪਹੁੰਚਦੇ ਕਰੋ। ਕਾਲ ਕਰ ਸਕਦੇ ਹੋ, ਨੰਬਰ ਟੀਵੀ ਸਕਰੀਨ ਤੇ ਬਲਿੰਕ ਕਰ ਰਿਹਾ, ਜਾਂ ਫਿਰ ਈਮੇਲ ਵੀ ਕਰ ਸਕਦੇ ਹੋ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਚੱਕ ਦੇ ਟੀਵੀ।